ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਤੁਹਾਡੀ ਹੋਸਟ ਕਿਰਨ ਔਲਖ ਤੇ ਅੱਜ ਮੇਰੇ ਨਾਲ ਸ਼ਾਸਤਰੀ ਜੀ ਰਜਿੰਦਰ ਸ਼ਾਸਤਰੀ ਜੀ ਪਹੁੰਚੇ ਹੋਏ ਨੇ। ਸੋ ਗੱਲ ਕਰਾਂਗੇ ਐਸਟ੍ਰੋਲੋਜੀ ਦੀ। ਜਿੱਦਾਂ ਕਿ ਸਾਰੇ ਜਾਣਦੇ ਆ ਐਸਟ੍ਰੋਲੋਜੀ, ਨਿਊਮਰੋਲੋਜੀ ਜਾਂ ਪਾਮਿਸਟਰੀ, ਇਹਦਾ ਸਾਡੀ ਜ਼ਿੰਦਗੀ 'ਚ ਕੀ ਯੋਗਦਾਨ ਹੈਗਾ। ਔਰ ਬਹੁਤ ਸਾਰੇ ਮਿਥ ਨੇ, ਬਹੁਤ ਸਾਰੇ ਲੋਕ ਇੱਥੇ ਬਹੁਤ ਸਾਰੇ ਸਵਾਲ ਵੀ ਕਰਦੇ ਹੋਣਗੇ ਔਰ ਇਸ ਨੂੰ ਮਿਸਯੂਜ਼ ਵੀ ਕੀਤਾ ਗਿਆ। ਸੋ ਅੱਜ ਜਿਹੜੇ ਸਾਡੇ ਨਾਲ ਵਿਦਵਾਨ ਇੰਡੀਆ ਤੋਂ ਪਹੁੰਚੇ ਹੋਏ ਨੇ, ਸੋ ਜਿੱਥੇ ਤੁਹਾਡੇ ਬਹੁਤ ਸਾਰੇ ਸਵਾਲ ਨੇ ਉੱਥੇ ਮੇਰੇ ਵੀ ਇਹਨਾਂ ਦੇ ਨਾਲ ਸਵਾਲ ਨੇ। ਸੋ ਅੱਜ ਆਪਾਂ ਇਹਨਾਂ ਨੂੰ ਬਹੁਤ ਸਾਰੇ ਸਵਾਲ ਪੁੱਛਾਂਗੇ ਜਿਹਦੇ ਨਾਲ ਮੇਰੇ ਖਿਆਲ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ भी मिलेंगे। तो शुरुआत करते हैं। नमस्कार। नमस्कार जी, नमस्कार। हाँ, सो आप थोड़ा सा एस्ट्रोलॉजी के बारे में हमें बताएंगे। ज्योतिष देखो किरण जी, एक इदा है कि जिंदगी ਦੇ ਵਿੱਚ ਬੰਦਾ ਜਦੋਂ ਵੀ ਕੋਈ ਜਿਹੋ ਜਿਹੇ ਕਰਮ ਕਰਦਾ ਉਹਦਾ ਫਲ ਉਹਨੂੰ ਮਿਲਦਾ जी। ਕਿਉਂਕਿ ज्योतिष ਬੰਦੇ ਦੀ ਲਾਈਫ ਨੂੰ ਚੇਂਜ ਕਰ ਦਿੰਦਾ। ਕਈ ਵਾਰੀ ਇਦਾਂ ਹੁੰਦਾ ਬੰਦੇ ਦੇ ਬੜੇ ਕਸ਼ਟ ਹੁੰਦੇ ਆ, ਜਦੋਂ ਉਪਾਅ ਕਰਦਾ ਉਪਾਅ ਕਰਨ ਦੇ ਨਾਲ ਉਹਨੂੰ ਪੂਰਾ ਬੈਨੀਫਿਟ ਹੁੰਦਾ ਤਾਂ ਉਹਦੀ ਲਾਈਫ ਧੀਰੇ ਧੀਰੇ ਅਗਰ ਉਹ ਕੋਈ ਚੀਜ਼ ਕਰਦਾ ਤਾਂ ਉਹਦਾ ਪੂਰਾ ਬੈਨੀਫਿਟ ਹੁੰਦਾ। ਪਰ ਜਿਹੜੀ ਕੁਦਰਤ ਕੀ ਚੀਜ਼ ਹੈ, ਜਿਹੜੀ ਕੁਦਰਤ ਕੀ ਚੀਜ਼ ਹੈ ਉਹਨੂੰ ਨਹੀਂ ਰੋਕਿਆ ਜਾ ਸਕਦਾ। अगर जिदा समझ लो कि बारिश है, बारिश में जो है ना रोकया नहीं जा सकता। जिहड़ी चीज़ कुदरत ने करनी उन्होंने नहीं रोकया जा सकता। हाँ, एक उपाय का मतलब होंदा कि छतरी ले लो तुसी, उहदा अपना माड़ा मोटा बचाव हो जाता। इहदा ये है कि मेन तो ये है कि जब तक बंदा अगर कोई भी कर्म करदा या उहदी लाइफ दे विच मान लो कोई इहो ਜਿਹੇ स्टार होंदे है कि बंदा जन्म उहदे छोटे परिवार दे विच हुंदा या एक गरीब परिवार दे विच हुंदा और एक जीव एक इहो जिहा आ जांदा जिहड़ा ना सारे कुल नूं भव तो तार कर दिंदा, भव तो पार कर दिंदा। क्योंकि एक ज्योतिष एक ऐसी चीज़ है या ज्योतिष एक ऐसा शास्त्र है जिहदे नाल के हमारे ऋषि मुनि भी और बड़े बड़े नारद मुनि जी जो है ना जिन्होंने ज्योतिष का आधार पर, क्योंकि ज्योतिष एक इहो मतलब जिंदगी दे विच अगर इंसान, क्योंकि सब तो पहले तो कोई विश्वास, अगर बंदे नूं यकीन है कोई भी चीज़ ते यकीन है ਤਾਂ ਉਹਨੂੰ ਫਾਇਦਾ ਹੁੰਦਾ। ਜਦੋਂ ਵਿਸ਼ਵਾਸਮ ਦਾਇਕਮ ਫਲਮ, ਇਹ ਤਾਂ ਕਿ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਚੀਜ਼ ਤੇ ਯਕੀਨ ਹੀ ਨਹੀਂ ਹੈਗਾ ਤਾਂ ਉਹਨੇ ਬੈਨੀਫਿਟ ਦੇਣਾ ਹੀ ਨਹੀਂ ਹੈ, ਚਾਹੇ ਤੁਸੀਂ ਜਿਹੜਾ ਮਰਜ਼ੀ ਉਪਾਅ ਕਰੋ। ਅਗਰ ਤੂੰ ਕੋਈ ਵੀ ਚੀਜ਼ ਜਾਂ ਕੋਈ ਵੀ ਉਪਾਅ ਅਗਰ ਆਪਾਂ ਸ਼ਰਧਾ ਦੇ ਨਾਲ ਅਗਰ ਆਪਾਂ ਕਰਦੇ ਹਾਂ ਤਾਂ ਉਹਦਾ 100% ਉਹਦਾ ਫਾਇਦਾ ਹੁੰਦਾ। ਵੈਲ ਆਈ ਗੈਸ ਜਿਸ ਤਰ੍ਹਾਂ ਕਿ ਐਸਟ੍ਰੋਲੋਜੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਉਹ ਸਰਟਨ ਸਟਾਰਸ ਦੇ ਮੁਤਾਬਿਕ ਜਾਂ ਸਰਟਨ ਟਾਈਮ ਤੇ ਪੈਦਾ ਹੁੰਦਾ ਹੈ। ਸੋ ਆਬਵੀਅਸਲੀ ਉਸ ਵਕਤ ਉਹ ਕਿਸ ਦਿਸ਼ਾ ਦੇ ਵਿੱਚ ਹੈ, ਇਹ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ। ਇਹਦੇ ਵਿੱਚ ਇਹ ਹੁੰਦਾ ਜੀ, ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਉਹਦੇ ਸਟਾਰ ਇਹ ਦੇਖੇ ਜਾਂਦੇ ਕਿ ਉਸ ਟਾਈਮ ਤੇ ਉਹਦੇ ਸਟਾਰ ਕਿਹੋ ਜਿਹੇ ਸੀਗੇ। ਕਿਉਂਕਿ ਕੁੰਡਲੀ ਦੇ ਵਿੱਚ ਕੁਝ ਗ੍ਰਹਿ ਇਹੋ ਜਿਹੇ ਹੁੰਦੇ ਕਿ ਜਿਹੜਾ ਬੰਦੇ ਨੂੰ ਭਵ ਤੋਂ ਪਾਰ ਕਰ ਦਿੰਦੇ ਆ। ਜ਼ਿੰਦਗੀ ਦੇ ਵਿੱਚ ਉਹ ਸੋਚ ਵੀ ਨਹੀਂ ਸਕਦਾ ਉੱਥੇ ਤੱਕ ਪਹੁੰਚ ਜਾਂਦਾ। ਪਰ ਕਦੋਂ ਪਹੁੰਚਦਾ, ਜਦੋਂ ਉਹਦੇ ਕੁਝ ਗ੍ਰਹਿ ਪ੍ਰਭਾਵ ਜਾਂ ਗ੍ਰਹਿ ਇਹੋ ਜਿਹੇ ਉੱਚ ਕਰਕੇ ਬੈਠੇ ਹੋ ਜਿਹਦੇ ਕਰਕੇ ਜ਼ਿੰਦਗੀ ਦੇ ਵਿੱਚ ਉਹ ਇਹ ਵੀ ਨਹੀਂ ਸੋਚ ਪਾਉਂਦਾ ਕਿ ਮੈਂ ਕਿਤੇ ਤੇ ਕਿੱਥੇ ਪਹੁੰਚੂੰਗਾ ਔਰ ਆਪਣੇ ਕਿੰਨੇ ਪਿਛਲੇ ਕਿੰਨੇ ਕੁਲਾਂ ਤੱਕ ਭਵ ਤੋਂ ਪਾਰ ਕਰ ਦਿੰਦਾ। ਉਹ ਜਦੋਂ ਹੀ ਕਰਦਾ ਜਦੋਂ ਬੰਦੇ ਦੇ ਸਟਾਰ ਉੱਚ ਮੇ ਹੁੰਦੇ ਆ। ਕਿਉਂਕਿ ਜਦ ਤੱਕ ਉਹ ਬੰਦਾ ਉਹਦੇ ਸਟਾਰ ਉੱਚ ਮੇ ਨਹੀਂ ਹੁੰਦੇ ਤਾਂ ਉਹ ਮਿੱਟੀ ਨੂੰ ਹੱਥ ਲਾਉਂਦਾ। ਕੋਈ ਵੀ ਚੀਜ਼ ਹੈ ਅਗਰ ਉਹ ਸੋਨੇ ਨੂੰ ਹੱਥ ਲਾਉਂਦਾ ਤਾਂ ਮਿੱਟੀ ਬਣਦਾ ਔਰ ਜਦੋਂ ਬੰਦੇ ਦੇ ਸਟਾਰ ਵਧੀਆ ਹੁੰਦੇ ਆ ਤਾਂ ਉਹ ਮਿੱਟੀ ਨੂੰ ਹੱਥ ਲਾਉਂਦਾ, ਸੋਨਾ ਬਣਾਉਂਦਾ। ਪਰੰਤੂ ਕਦੋਂ ਕਰਦਾ, ਜਦੋਂ ਉਹਦੀ ਕਿਸਮਤ ਵਧੀਆ ਹੁੰਦੀ ਹੈ, ਸਟਾਰ ਵਧੀਆ ਹੁੰਦੇ। ਕਿਉਂਕਿ ਵਕਤ ਕੇ ਮੁਤਾਬਿਕ ਇਹ ਚੇਂਜ ਹੁੰਦਾ ਰਹਿੰਦਾ। ਕਈ ਵਾਰੀ ਬੰਦਾ ਇੱਦਾਂ ਹੁੰਦਾ ਉਹ ਸੋਚ ਵੀ ਨਹੀਂ ਪਾਉਂਦਾ, ਕਰਦਾ ਕੁਛ ਹੈ ਹੁੰਦਾ ਕੁਛ ਹੈ ਔਰ ਜੋ ਕਰਨਾ ਚਾਹੁੰਦਾ ਉਹ ਨਹੀਂ ਹੁੰਦਾ ਔਰ ਜੋ ਨਹੀਂ ਕਰਨਾ ਚਾਹੁੰਦਾ ਉਹ ਹੁੰਦਾ। ਤੇ ਐਕਚੁਅਲੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦਾ ਟਾਈਮ ਆਉਂਦਾ। ਅਗਰ ਉਹ ਬੰਦਾ श्रद्धा के नाल या विश्वास के नाल अगर वो कोई उपाय करता या कोई भी जिन्हों के स्टार के मुताबिक ग्रहों के मुताबिक उपाय करता तो उन्होंने 100% उस चीज़ का फायदा होता। सो इत्थे उसी तरह होया ना कि घर दे दो बच्चे ने, एक बड़ा मेहनती है पर उन्होंने मेहनत करने के बावजूद ही अगे नहीं वध रहा। एक बच्चा जिहड़ा कि ना ज़्यादा काम कर रहा लेकिन जिथे भी जाता उन्होंने सक्सैस मिलती है। सो बेसिकली वो जिन्होंने आप रेखावां भी कह सकते हैं, किस्मत भी कह सकते हैं। बिल्कुल। अच्छा जी, एक तो है कि तुसी ਜਿਹਨੂੰ ਆਪਾਂ ਕਹੀਏ ਕਿ ਕਿਸਮਤ ਕੋਈ ਲਿਖਾ ਕੇ ਲੈ ਕੇ ਆਇਆ ਤੇ ਇੱਕ ਕਹਿੰਦੇ ਨੇ ਕਿ ਤੁਸੀਂ ਮਿਹਨਤ ਦੇ ਨਾਲ ਵੀ ਤੁਸੀਂ ਕੁਝ ਹਾਸਲ ਕਰ ਸਕਦੇ ਹੋ। ਸੋ ਇਹਦੇ ਵਿੱਚ ਕੀ ਐਸਟ੍ਰੋਲੋਜੀ, ਇਹਦੇ ਵਿੱਚ ਇਹ ਹੁੰਦਾ ਜੀ ਜਦ ਤੱਕ ਬੰਦਾ ਜ਼ਿੰਦਗੀ ਦੇ ਵਿੱਚ ਕਦੇ ਵੀ ਮਿਹਨਤ ਤਾਂ ਕਰਨੀ ਚਾਹੀਦੀ ਹੈ ਕਿਉਂਕਿ ਕਰਮ ਤੋਂ ਬਗੈਰ ਤਾਂ ਕੋਈ ਫਲ की प्राप्ति नहीं ਹੁੰਦੀ। क्योंकि गीता जी में भी दिया है कि कोई कर्मण्य बाद करश्य माँ फलेषु कदाचनम, बंदे तू कर्म कर फल की इच्छा मत कर। पर अगर आप जब तक आप पहले फल की इच्छा पहले करते कर्म करते नहीं
ਜਦੋਂ कर्म ही नहीं करना तो फल की इच्छा किस तरह कर सकते हैं। सब तो पहले तो कर्म जो है ना। ਸੋ ਫਰਸਟ ਆਫ ਆਲ ਮੇਰੇ ਖਿਆਲ ਦੇ ਵਿੱਚ ਹਰ ਇੱਕ ਨੂੰ ਪਹਿਲਾਂ ਤਾਂ, ਕਿਉਂਕਿ ਇੱਕ ਵਿਦਿਆ ਹੈ, ਇੱਕ ਗਿਆਨ ਹੈ, क्या ਇਸ ਨੂੰ ਸਮਝਣ ਦੀ ਲੋੜ ਹੈ। जी ਕਿਉਂਕਿ ਬਹੁਤੀ ਵਾਰੀ ਹੁੰਦਾ ਹੈ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਤੁਹਾਨੂੰ ਭਰਮਾਂ 'ਚ ਪਾਉਂਦੇ ਨੇ, ਜਿਨ੍ਹਾਂ ਨੂੰ ਥੋੜ੍ਹਾ ਬਹੁਤ ਗਿਆਨ ਐਸਟ੍ਰੋਲੋਜੀ ਦਾ ਹੋ ਸਕਦਾ ਹੈ ਤੇ ਉਹ ਤੁਹਾਨੂੰ ਭਰਮਾਂ 'ਚ ਪਾ ਸਕਦੇ ਨੇ, ਲੇਕਿਨ ਜਦ ਤੱਕ ਸਾਨੂੰ ਖੁਦ ਉਸ 'ਤੇ ਭਰੋਸਾ ਨਹੀਂ ਹੈ ਕਿ ਵੀ ਵਾਕਈ ਇਹ ਚੀਜ਼ ਜਿਹੜੀ ਹੈ ਸਾਨੂੰ ਕਿਤੇ ਸਾਡੀ ਜ਼ਿੰਦਗੀ ਨੂੰ ਥੋੜ੍ਹਾ ਮੋੜ ਦੇ ਸਕਦੀ ਹੈ, ਬਦਲ ਸਕਦੀ ਹੈ, ਜਾਂ ਸਾਨੂੰ ਕਿਤੇ ਸਕਸੈਸ ਮਿਲ ਸਕਦੀ। ਜਿਸ ਤਰ੍ਹਾਂ ਕਿ ਮੈਂ ਚਲੋ ਇੱਕ ਉਦਾਹਰਨ ਦਿੰਦੀ ਹਾਂ ਕਿ ਗੁਣ ਮਿਲਾਏ ਜਾਂਦੇ ਆ, ਉਹ ਕੀ ਹੈ ਉਹ ਵੀ ਦੱਸੋਗੇ? ਗੁਣ ਆਪਾਂ ਕਹਿੰਦੇ ਨੇ ਕਿ ਜੋ ਨੇ ਦੋਆਂ ਦੇ ਜਿੱਦਾਂ ਮਿਲਾਪਕ ਕੁੰਡਲੀ ਹੁੰਦੀ ਹੈ, ਆਪਾਂ ਦੋਆਂ ਦੇ ਸਭ ਤੋਂ ਪਹਿਲੇ ਇਹ ਦੇਖਦੇ ਹਾਂ ਕਿ ਇਹਨਾਂ ਦੇ ਗੁਣ ਮਿਲਦੇ ਆ ਕਿ ਨਹੀਂ ਮਿਲਦੇ, ਜਾਂ ਗਣ ਮਿਲਦੇ ਆ ਕਿ ਨਹੀਂ ਮਿਲਦੇ। ਇਹਨਾਂ ਦੇ ਕੁੱਲ ਕਿੰਨੇ ਗੁਣ ਮਿਲਦੇ ਆ? 36 ਗੁਣ ਹੁੰਦੇ ਆ। 36 ਦੇ ਵਿੱਚੋਂ ਕਹਿੰਦੇ ਕਿ ਅੱਧੇ ਕੁ ਮਿਲਣੇ ਚਾਹੀਦੇ। ਅੱਛਾ, ਅਗਰ 18 ਗੁਣ ਮਿਲਦੇ ਆ ਤਾਂ ਆਪਾਂ ਸ਼ਾਦੀ ਕਰ ਦਿੰਦੇ, ਪਰ ਕਈ ਵਾਰੀ ਉਹ ਸ਼ਾਦੀ ਫਿਰ ਸਕਸੈਸਫੁਲ ਨਹੀਂ ਹੁੰਦੀ। ਹਾਂ ਹਾਂ, ਕਈ ਵਾਰੀ ਮਿਲਾਨ ਦੇ ਬਾਵਜੂਦ ਵੀ ਨਹੀਂ ਹੁੰਦੀ, ਕਿਉਂਕਿ ਉਹਦੇ ਪਿੱਛੇ ਵੀ ਕੋਈ ਨਾ ਕੋਈ ਰਾਜ ਹੁੰਦਾ। एक्चुअली क्या है कि या तो डेट ऑफ बर्थ गलत है, या टाइम गलत है, या कोई ना कोई तो कुछ ना कुछ तो हैगा। क्योंकि ज्योतिष एक ਇਹੋ ਜਿਹੀ ਚੀਜ਼ ਹੈ, अगर बंदा कोई भी चीज़ है अगर ਇਹਦਾ सही तरह से, कोई ये जरूरी नहीं है कि ਇਹਨੂੰ पंडित ही कर सकता, कोई भी कर सकता। एक एस्ट्रोलॉजी है और ਇਹਨੂੰ तो हर बंदा कर सकता, या कोई भी कर सकता ਜਿਹੜਾ ਇਹਦੇ ਬਾਰੇ नॉलेज रखता। कोई ज़रूरी नहीं है कि ਇਹਨੂੰ कोई पंडित ही कर सकता। परंतु एक ये चीज़ है, ਇਹਦੇ ਬਾਰੇ ਜਿਹੜੀ नॉलेज है वो जब तक ये ज्योतिष शास्त्र को नहीं पढ़ता या ज्योतिष शास्त्र के मुताबिक वो नहीं चलता तो फिर वो निष्फल होता, ਉਹਦਾ कोई फ़ायदा नहीं है। जब तक फ़ायदा नहीं है, जब तक वो कोई निश्चय या श्रद्धा या भाव ਦੇ ਨਾਲ ਨਹੀਂ ਕਰਦਾ। ਇੱਦਾਂ ਹੈਗਾ ਕਿ ਸ਼ਾਸਤਰੀ ਜੀ ਕਿ ਬਹੁਤ ਸਾਰੇ ਜਿਹੜੇ ਕਿ ਨਿਊਮਰੋਲੋਜੀ ਹੈ, ਐਸਟ੍ਰੋਲੋਜੀ ਹੈ, ਪਾਮਿਸਟਰੀ ਹੈ, ਸੋ ਕੁਝ ਲੋਕ ਇਹਦੇ 'ਚ ਯਕੀਨ ਵੀ ਕਰਦੇ ਆ ਤੇ ਕੁਝ ਦਾ ਖੰਡਨ ਵੀ ਕਰਦੇ ਆ। ਖੰਡਨ ਕਿਉਂ ਕਰਦੇ, ਤੁਹਾਨੂੰ ਕਿੱਦਾਂ ਲੱਗਦਾ ਹੈ? ਕਿਉਂਕਿ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਕਈ ਵਾਰੀ ਕਿਸੇ ਚੀਜ਼ ਦੀ ਅਧੂਰੀ ਜਾਣਕਾਰੀ ਕਰਕੇ, ਜਾਂ ਕਿਉਂਕਿ ज्योतिष एक ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਨਾ ਕਿ ਅਗਰ ਕੋਈ ਵਿਦਵਾਨ ਪੰਡਿਤ ਜਾਂ ਜਿਹਨੇ ਪੜ੍ਹਿਆ ਹੋ, ਹੁਣ ਜਿੱਦਾਂ ਕਿ ਜਦ ਤੱਕ ਉਹਨੇ ਕੋਈ ਚੀਜ਼ ਕੀ ਸਟੱਡੀ ਨਹੀਂ ਕੀਤੀ ਔਰ ਉੱਦਾਂ ਹੀ ਉਹ ਪੁੱਛਣ ਚੱਲ ਜਾਓ ਤਾਂ ਉਹਨੂੰ ਨਹੀਂ ਪਤਾ ਹੋਣਾ ਕਿ ਉਹਨੇ ਹੋਰ ਹੀ ਜੰਗ ਬਲੰਗੇ 'ਚ ਪਾ ਦੇਣਾ। ਜਦ ਤੱਕ ਅਗਰ ਤੁਸੀਂ ਇਹਦੇ ਬਾਰੇ ਤੁਹਾਨੂੰ ਆਪ ਨੌਲੇਜ ਹੈ ਕਿ ਇਹ ਇਸ ਤਰ੍ਹਾਂ ਨਹੀਂ ਇੱਦਾਂ ਹੈ, ਤਾਂ ਉਹ ਕਿਉਂਕਿ ਇਹ ਜਿਹੜੀ ਚੀਜ਼ ਹੈ ज्योतिष एक ਇਹੋ ਜਿਹੀ ਚੀਜ਼ ਹੈ ਕਿ ਇਨਸਾਨ ਅਗਰ ਉਹਨੂੰ ਸਹੀ ਤਰ੍ਹਾਂ ਤੇ ਕਰਦਾ, ਯਕੀਨ ਦੇ ਨਾਲ ਕਰਦਾ, तो ਉਹਨੂੰ 100% ਫਾਇਦਾ ਹੋ। ਪਰੰਤੂ ਕਬ ਹੋਊਗਾ? ਜਦੋਂ ਉਹਨੂੰ ਦੂਜੇ ਪਾਸੇ ਲੈ ਕੇ ਜਾਣਗੇ। ਕਿਉਂਕਿ ਇਹਦੇ ਵਿੱਚ ਵੀ ਜੋ ਹੈ ਨਾ, ਮੈਂ ਚਲੋ ਇਦਾਂ ਤਾਂ ਨਹੀਂ ਕਹਿ ਸਕਦਾ ਖੰਡਨ ਬਾਰੇ, ਪਰ ਕੁਝ ਲੋਕ ਇਹੋ ਜਿਹੇ ਹੈ ਜਿਹੜੇ ਕਹਿੰਦੇ ज्योतिष ਨੂੰ ਨਹੀਂ ਮੰਨਦੇ। ਜੋ ਬਹੁਤ ਸੇ ਇਹੋ ਜਿਹੇ ਲੋਕ ਹੈ ਜਿਹੜੇ ਕਹਿੰਦੇ ज्योतिष ਤੋਂ ਬਗੈਰ ਕੁਝ ਨਹੀਂ ਕਰਦੇ। ਇਹ ਤਾਂ ਆਪਣੇ ਯਕੀਨ के ऊपर है, विश्वास के ऊपर ਹੁੰਦਾ। ਪਰ ਇੱਕ ज्योतिष ਇੱਕ ਆਧਾਰ ਇਹੋ ਜਿਹਾ ਜ਼ਿੰਦਗੀ ਦੇ ਵਿੱਚ ਬੰਦੇ ਦੀ ਕਿਸਮਤ ਚੇਂਜ ਕਰ ਸਕਦਾ, ਬੰਦੇ ਦੇ ਸਟਾਰ ਚਮਕਾ ਸਕਦਾ, ਬੰਦੇ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲਿਆ ਸਕਦਾ, ਬੰਦੇ ਦੀ ਜ਼ਿੰਦਗੀ ਵਿੱਚ ਪਰਿਵਾਰ ਦੇ ਵਿੱਚ ਖੁਸ਼ਹਾਲੀ ਲੱਗ ਸਕਦਾ। ਇਹ ਜ਼ਰੂਰੀ ਨਹੀਂ कि भाई इंसान, क्योंकि कोई भी चीज़ है विश्वास, सब तो पहले यकीन होना चाहिए। अगर ਤੁਹਾਨੂੰ किसी चीज़ ਤੇ यकीन है तो 100% ਫਾਇਦਾ ਦੇਊਗੀ। ਸੋ ਪ੍ਰੀਕਾਸ਼ਨ ਲੈ ਸਕਦਾ। ਜਿਸ ਤਰ੍ਹਾਂ ਤੁਸੀਂ ਕਿਹਾ, ਮੈਨੂੰ ਉਦਾਹਰਨ ਤੁਹਾਡੀ ਬੜੀ ਅੱਛੀ ਲੱਗੀ ਕਿ ਤੁਸੀਂ ਕਿਹਾ ਕਿ ਬਾਰਿਸ਼ ਆਏਗੀ ਕਿਉਂਕਿ ਉਹਨੂੰ ਆਪਾਂ ਰੋਕ ਨਹੀਂ ਸਕਦੇ, ਲੇਕਿਨ ਤੁਸੀਂ ਛਾਤਾ ਲੈ ਲਿਆ, ਠੀਕ ਹੈ ਨਾ, ਤੇ ਉਹਨਾਂ ਤੁਸੀਂ ਬਚ ਗਏ ਭਿੱਜਣੋਂ। ਸੋ ਬੇਸਿਕਲੀ ਸੇਮ ਹੀ ਕਨਸੈਪਟ ਹੈਗਾ ਜਿਹਨੂੰ ਆਪਾਂ ਸਮਝਣਾ ਹੋਵੇ। ਬਿਲਕੁਲ। ਪਰ ਇਹ ਵੀ ਤੁਸੀਂ ਮੰਨੋਗੇ ਕਿ ਇਹਦੇ ਵਿੱਚ ਬਹੁਤਿਆਂ ਨੇ ਇਸ ਨੂੰ ਬਿਜ਼ਨਸ ਵੀ ਬਣਾਇਆ, ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ। ਮੇ ਵੀ ਇਹ ਵੀ ਕਾਰਨ ਇੱਕ ਹੈਗਾ ਬਹੁਤ ਵੱਡਾ, ਜਿਹਦੇ ਕਰਕੇ ਲੋਕਾਂ ਦਾ ਕਈ ਵਾਰੀ ਵਿਸ਼ਵਾਸ ਉੱਠ ਗਿਆ ਇਹਨਾਂ ਚੀਜ਼ਾਂ ਤੋਂ। इसे करके तो जो है ना लोगों का जो है ना थोड़ा विश्वास कई बारी घट होंदा, पर ये जरूरी नहीं कि हर इंसान ਇਹੋ ਜਿਹਾ ਹੁੰਦਾ ਜੀ। ਇਹਦੇ ਵਿੱਚ ਵੀ ਜੋ ਹੈ ਨਾ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਕਿ ਜਦ ਤੱਕ ਤੁਸੀਂ ਇਹਦੀ ਸਟੱਡੀ ਨਹੀਂ ਕੀਤੀ, ਤੁਹਾਨੂੰ ਜਿਹਦੇ ਬਾਰੇ ਪਤਾ ਹੀ ਨਹੀਂ ਹੈਗਾ, ਉਹਨੇ ਜੋ ਕਹਿਤਾ ਤੁਸੀਂ ਕਰਤਾ। ਪਰੰਤੂ ਐਕਚੁਅਲੀ ਇਹ ਤਾਂ ਦੇਖੋ ਨਾ ਕਿ ਇਹਦੇ ਕਰਨ ਦੇ ਨਾਲ ਸਾਨੂੰ ਇਹਦਾ ਕੀ ਫਾਇਦਾ ਹੋ ਸਕਦਾ, ਇਹਦਾ ਕੀ ਸਾਨੂੰ ਬੈਨੀਫਿਟ ਹੋ ਸਕਦਾ, ਜਾਂ ਇਹਦਾ ਕੋਈ ਆਪਾਂ ਨੂੰ ਨੁਕਸਾਨ ਹੋ ਸਕਦਾ, ਇਹਦੇ ਬਾਰੇ ਪਹਿਲੇ ਆਪਾਂ ਨੂੰ ਸੋਚਣਾ ਚਾਹੀਦਾ। ਸੋ ਸ਼ਾਸਤਰੀ ਜੀ, ਤੁਸੀਂ ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਤੇ ਮੇਰੇ ਖਿਆਲ ਬਹੁਤ ਹੀ ਵਿਸ਼ਾਲ ਵਿਸ਼ਾ ਹੈ ਜਿਸ ਨੂੰ ਕਿ ਆਪਾਂ ਥੋੜੇ ਸਮੇਂ ਦੇ ਵਿੱਚ ਨਹੀਂ ਸਮੇਟ ਸਕਦੇ, ਤੇ ਮੈਂ ਕਿਹਾ ਮਹੀਨਿਆਂ ਲੱਗ ਸਕਦੇ ਨੇ। ਬਿਲਕੁਲ। ਸੋ ਆਪਾਂ ਇਸ ਤਰ੍ਹਾਂ ਕਰੀਏ ਕਿ ਅਗਲੇ ਐਪੀਸੋਡ ਦੇ ਵਿੱਚ ਆਪਾਂ ਥੋੜਾ ਹੋਰ ਇਸ ਨੂੰ ਅੱਗੇ ਵਧਾਵਾਂਗੇ ਤੇ ਹੋਰ ਚਾਨਣਾ ਪਾਵਾਂਗੇ, ਤੇ ਹੋਰ ਮੇਰੇ ਜਿਹੜੇ ਸਵਾਲ ਹੋ ਗਏ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ। ਸੋ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸ਼ੁਕਰੀਆ। ਜ਼ਰੂਰ। ਜੈ